ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਸਰਬਜੀਤ ਸਿੰਘ ਅੜਕਵਾਸ ਆਪਣੇ YouTube ਚੈਨਲ ਤੇ ਆਪ ਸਭ ਦਾ ਹਾਰਦਿਕ ਸਵਾਗਤ ਕਰਦਾ। ਪੀਐਸ ਟੈਟ ਮਾਸਟਰ ਕੇਡਰ ਸਮਾਜਿਕ ਸਿੱਖਿਆ ਅਤੇ ਪੰਜਾਬੀ ਦੀ ਤਿਆਰੀ ਕਰਨ ਦੇ ਲਈ ਸਾਡੇ YouTube ਚੈਨਲ ਦੇ ਨਾਲ ਜ਼ਰੂਰ ਜੁੜੋ। ਜਿਨ੍ਹਾਂ ਵੀ ਸਾਥੀਆਂ ਨੇ ਹੁਣ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸੋ ਕਿਰਪਾ ਕਰਕੇ ਉਹ ਸਾਥੀ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਜੀ, ਤਾਂ ਕਿ ਨਵੀਂ ਤੋਂ ਨਵੀਂ ਜਾਣਕਾਰੀ ਤੁਹਾਡੇ ਤੱਕ ਪਹੁੰਚ ਸਕੇ। ਇਸ ਤੋਂ ਪਹਿਲਾਂ ਪੀਐਸ ਟੈਟ ਮਾਸਟਰ ਕੇਡਰ ਸਮਾਜਿਕ ਸਿੱਖਿਆ ਦੇ ਨਾਲ ਸੰਬੰਧਿਤ ਬਹੁਤ ਸਾਰੀ ਵੀਡੀਓਜ਼ ਅਸੀਂ ਆਪਣੇ ਚੈਨਲ ਤੇ ਅਪਲੋਡ ਕਰ ਚੁੱਕੇ ਹਾਂ ਜੀ। ਆਪ ਸਭ ਨੇ ਉਹ ਵੀਡੀਓਜ਼ ਜ਼ਰੂਰ ਵੇਖ ਲੈਣੀਆਂ ਤਾਂ ਕਿ ਤੁਹਾਡਾ ਸਿਲੇਬਸ ਚੰਗੀ ਤਰ੍ਹਾਂ ਕਵਰ ਹੋ ਸਕੇ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਾਂਗੇ 17ਵੀਂ ਸਪੈਸ਼ਲ ਟੈਸਟ ਸੀਰੀਜ਼ ਸਮਾਜਿਕ ਸਿੱਖਿਆ, ਜਿਸ ਦੇ ਵਿੱਚ ਅਸੀਂ ਸਿਲੈਕਟ ਕੀਤੇ ਹਨ ਬਹੁਤ ਹੀ ਮਹੱਤਵਪੂਰਨ 25 ਪ੍ਰਸ਼ਨ ਜੋ ਆਮ ਤੌਰ ਤੇ ਪੇਪਰਾਂ ਦੇ ਵਿੱਚ ਆਉਂਦੇ ਆ ਜੀ। ਸੋ ਵੀਡੀਓ ਨੂੰ ਜ਼ਰੂਰ ਧਿਆਨ ਦੇ ਨਾਲ ਵੇਖਿਓ। ਵੀਡੀਓ ਦੇ ਅਖੀਰ ਦੇ ਵਿੱਚ ਤੁਹਾਨੂੰ 5 ਪ੍ਰਸ਼ਨ ਪੁੱਟ ਕੀਤੇ ਜਾਣਗੇ, ਜਿਨ੍ਹਾਂ ਦੇ ਜਵਾਬ ਆਪ ਸਭ ਨੇ ਕਮੈਂਟਸ ਦੇ ਵਿੱਚ ਦੇਣੇ ਆ ਜੀ। ਇਸ ਤੋਂ ਇਲਾਵਾ ਕੱਲ੍ਹ ਨੂੰ ਸਾਡੇ WhatsApp ਗਰੁੱਪ ਦੇ ਵਿੱਚ ਇਸ ਸੀਰੀਜ਼ ਦਾ ਟੈਸਟ ਵੀ ਲਿਆ ਜਾਣਾ, ਸੋ ਆਪ ਸਭ ਨੇ ਜ਼ਰੂਰ ਤਿਆਰੀ ਕਰਨੀ ਜੀ। ਇਸ ਤੋਂ ਪਹਿਲਾਂ 16 ਸੀਰੀਜ਼ ਸਾਡੇ ਚੈਨਲ ਤੇ ਅਪਲੋਡ ਹੋ ਚੁੱਕੀਆਂ ਨੇ ਜੀ, ਆਪ ਸਭ ਨੇ ਉਹ ਜ਼ਰੂਰ ਵੇਖ ਲੈਣੀਆਂ। ਸੋ ਬਿਨਾਂ ਕਿਸੇ ਦੇਰੀ ਤੋਂ ਸ਼ੁਰੂ ਕਰਦੇ ਹਾਂ ਜੀ। ਸੰਯੁਕਤ ਰਾਸ਼ਟਰ ਦਿਵਸ ਕਦੋਂ ਮਨਾਇਆ ਜਾਂਦਾ ਹੈ? ਸੰਯੁਕਤ ਰਾਸ਼ਟਰ ਜਿਸ ਨੂੰ ਆਪਾਂ UN ਕਹਿੰਦੇ ਹਾਂ, ਦਿਵਸ ਕਦੋਂ ਮਨਾਇਆ ਜਾਂਦਾ ਹੈ? 24 ਦਸੰਬਰ, 26 ਮਈ, 24 ਅਕਤੂਬਰ, 27 ਅਗਸਤ। ਸੋ ਰਾਈਟ ਆਨਸਰ ਹੈ ਜੀ 24 ਅਕਤੂਬਰ, ਕਿਉਂਕਿ ਜੋ UN ਆ ਉਹ UN ਬਣਿਆ ਸੀਗਾ 24 ਅਕਤੂਬਰ 1945 ਨੂੰ। 24 ਅਕਤੂਬਰ 1945 ਨੂੰ UN ਹੋਂਦ ਵਿੱਚ ਆਇਆ ਸੀ। ਦੂਜੇ ਵਿਸ਼ਵ ਯੁੱਧ ਤੋਂ ਬਾਅਦ UN ਬਣਾਇਆ ਗਿਆ ਸੀਗਾ। ਅੱਜ 74 ਸਾਲ ਹੋਏ ਆ, 2020 ਦੇ ਵਿੱਚ 74 ਸਾਲ ਹੋ ਚੁੱਕੇ ਆ ਜੀ UN ਬਣੇ ਹੋਏ। ਇਸ ਦਾ ਮੁੱਖ ਦਫ਼ਤਰ ਕਿੱਥੇ ਆ? ਨਿਊਯਾਰਕ। ਨਿਊਯਾਰਕ ਦੇ ਵਿੱਚ ਮੁੱਖ ਦਫ਼ਤਰ ਹੈ ਜੀ ਇਸ ਦਾ। ਸੋ UN ਦਿਵਸ ਕਦੋਂ ਮਨਾਇਆ ਜਾਂਦਾ? 24 ਅਕਤੂਬਰ 1945 ਨੂੰ UN ਬਣਿਆ ਸੀ। ਇਸ ਦੇ 193 ਦੇਸ਼ ਇਸ ਦੇ ਮੈਂਬਰ ਨੇ ਜੀ। ਸਟਾਰਟਿੰਗ ਦੇ ਵਿੱਚ ਕਿੰਨੇ ਮੈਂਬਰ ਸੀ ਇਸ ਦੇ? 51। ਮੂਲ ਮੈਂਬਰ 51 ਸੀ, ਹੁਣ ਇਸ ਦੇ ਮੈਂਬਰ ਨੇ 193। ਸੋ ਨੈਕਸਟ ਕਰਾਂਗੇ ਜੀ। ਚਿਨਸਰਾ ਦੀ ਲੜਾਈ ਕਿਹਨਾਂ ਵਿਚਕਾਰ ਹੋਈ? ਚਿਨਸਰਾ ਦੀ ਲੜਾਈ 1759 ਦੇ ਵਿੱਚ ਹੋਈ ਸੀ। 1759 ਦੇ ਵਿੱਚ ਹੋਈ ਸੀ। ਕਿਹਨਾਂ ਵਿਚਕਾਰ ਹੋਈ ਸੀ? ਬ੍ਰਿਟਿਸ਼ ਅਤੇ ਪੁਰਤਗਾਲੀ, ਬ੍ਰਿਟਿਸ਼ ਅਤੇ ਡੱਚ, ਬ੍ਰਿਟਿਸ਼ ਅਤੇ ਡੇਨਿਸ਼, ਬ੍ਰਿਟਿਸ਼ ਅਤੇ ਸਪੇਨ। ਸੋ ਕਿਹਨਾਂ ਦੇ ਵਿਚਕਾਰ ਹੋਈ ਸੀ ਜੀ? ਬ੍ਰਿਟਿਸ਼ ਅਤੇ ਡੱਚਾਂ ਦੇ ਵਿਚਕਾਰ। ਚਿਨਸਰਾ ਦੀ ਲੜਾਈ 1759 ਦੇ ਵਿੱਚ ਬ੍ਰਿਟਿਸ਼ ਅਤੇ ਡੱਚਾਂ ਦੇ ਵਿਚਕਾਰ ਹੋਈ ਸੀ। ਇਸ ਨੂੰ ਵੇਦਰਾ ਦੀ ਲੜਾਈ ਵੀ ਕਿਹਾ ਜਾਂਦਾ ਜੀ। ਇਸ ਦੇ ਅਧੀਨ ਇਹ ਸਮਝੌਤਾ ਹੋਇਆ ਸੀ ਕਿ ਡੱਚ ਅਤੇ ਬ੍ਰਿਟਿਸ਼ ਆਪਸ ਦੇ ਵਿੱਚ ਸੰਧੀ ਕਰਨਗੇ ਅਤੇ ਜੋ ਅੰਗਰੇਜ਼ ਨੇ ਉਹ ਭਾਰਤ ਵਿੱਚ ਵਪਾਰ ਕਰਨਗੇ ਅਤੇ ਡੱਚ ਇੰਡੋਨੇਸ਼ੀਆ ਦੇ ਸੁਮਾਤਰਾ ਵਿੱਚ ਵਪਾਰ ਕਰਨਗੇ। ਚਿਨਸਰਾ ਦੀ ਲੜਾਈ ਤੋਂ ਬਾਅਦ ਜੋ ਸੰਧੀ ਹੋਈ ਸੀ ਉਸ ਦੇ ਅਧੀਨ ਇਹ ਫੈਸਲਾ ਕੀਤਾ ਗਿਆ ਸੀ ਕਿ ਅੰਗਰੇਜ਼ ਭਾਰਤ ਵਿੱਚ ਵਪਾਰ ਕਰਨਗੇ ਅਤੇ ਡੱਚ ਉਹ ਹੈ ਜੋ ਇੰਡੋਨੇਸ਼ੀਆ ਦੇ ਵਿੱਚ ਵਪਾਰ ਕਰਨਗੇ। ਡੱਚਾਂ ਦਾ ਪ੍ਰਮੁੱਖ ਕੇਂਦਰ ਮਸੂਲੀਪਟਨਮ, ਪਲੀਕਟ, ਸੂਰਤ, ਉਪਰੋਕਤ ਸਾਰੇ। ਸੋ ਡੱਚਾਂ ਦਾ ਜੋ ਪ੍ਰਮੁੱਖ ਕੇਂਦਰ ਹੈ ਜੀ ਉਹ ਆਏਗਾ ਉਪਰੋਕਤ ਸਾਰੇ, ਕਿਉਂਕਿ ਮਸੂਲੀਪਟਨਮ, ਪਲੀਕਟ ਅਤੇ ਸੂਰਤ ਇਹ ਤਿੰਨੋਂ ਜੋ ਕੇਂਦਰ ਸੀਗੇ ਪ੍ਰਮੁੱਖ ਕੇਂਦਰ ਸੀ ਡੱਚਾਂ ਦੇ। ਇਸ ਤੋਂ ਇਲਾਵਾ ਚਿਨਸਰਾ, ਢਾਕਾ, ਨਾਗਾਪਟਨਮ, ਕਾਸਿਮ ਬਿਜ਼ਾਰ ਜਿਹੜੇ ਉਹ ਵੀ ਪ੍ਰਮੁੱਖ ਕੇਂਦਰ ਰਹੇ ਨੇ। ਕਿਹੜੇ ਜੀ? ਚਿਨਸਰਾ, ਢਾਕਾ ਅਤੇ ਨਾਗਾਪਟਨਮ। 1605 ਦੇ ਵਿੱਚ ਮਸੂਲੀਪਟਨਮ ਦੇ ਵਿੱਚ ਡੱਚਾਂ ਨੂੰ ਆਪਣੀ ਪਹਿਲੀ ਜੋ ਫੈਕਟਰੀ ਲਗਾਉਣ ਦੀ ਮਨਜ਼ੂਰੀ ਮਿਲ ਗਈ ਸੀ। 1605 ਦੇ ਵਿੱਚ ਮਸੂਲੀਪਟਨਮ ਦੇ ਵਿੱਚ ਡੱਚਾਂ ਨੂੰ ਪਹਿਲੀ ਜੋ ਫੈਕਟਰੀ ਲਗਾਉਣ ਦੀ ਮਨਜ਼ੂਰੀ ਮਿਲ ਗਈ ਸੀ। ਪਾਂਡੇਚੇਰੀ ਦੀ ਸਥਾਪਨਾ ਕਿਸ ਨੇ ਕੀਤੀ? ਫਰੈਕੈਰੋ, ਗੋਡੇਹੂ ਨੇ, ਫਰੋਕੋਮਾਟਨ, ਐਰੋਸਲੇਸ। ਸੋ ਕਿਸ ਨੇ ਕੀਤੀ ਸੀ ਜੀ ਪਾਂਡੇਚੇਰੀ ਦੀ ਸਥਾਪਨਾ? ਸੋ ਇਸ ਦਾ ਰਾਈਟ ਆਂਸਰ ਗਈ 3rd ਆਨਸਰ। ਫਰੈਕੋਮਾਟਨ ਨੇ ਪਾਂਡੇਚੇਰੀ ਦੀ ਸਥਾਪਨਾ ਕੀਤੀ ਸੀ 1674 ਵਿੱਚ।
1674 ਦੇ ਵਿੱਚ ਉਸਨੇ ਇਸ ਦਾ ਨਾਮ ਕੀ ਰੱਖਿਆ ਸੀ? ਪੋਰਟਰੇ ਲੂਈ ਨਾਮ ਰੱਖਿਆ ਸੀ। ਉਸ ਤੋਂ ਬਾਅਦ ਪਾਂਡੇਚਰੀ ਨਾਮ ਪਿਆ ਕਿਸਨੇ? ਫ੍ਰੈਂਕੋ ਮਾਰਟਿਨ ਨੇ 1674 ਵਿੱਚ। ਵੰਡੀਵਾਸ ਦਾ ਯੁੱਧ ਕਦੋਂ ਹੋਇਆ? 1760, 1759, 1764, 1757। ਵੰਡੀਵਾਸ ਦਾ ਯੁੱਧ ਕਦੋਂ ਹੋਇਆ ਸੀਗਾ ਜੀ? 1760 ਦੇ ਵਿੱਚ। 22 ਜਨਵਰੀ 1760 ਨੂੰ ਵੰਡੀਵਾਸ ਤਾਮਿਲਨਾਡੂ ਦੇ ਵਿੱਚ ਹੈ ਜੋ ਉਸ 'ਤੇ ਯੁੱਧ ਹੋਇਆ ਸੀ। ਇਸ ਯੁੱਧ ਦੇ ਵਿੱਚ ਫਰਾਂਸੀਸੀ ਅਤੇ ਅੰਗਰੇਜ਼ਾਂ ਦੇ ਵਿਚਕਾਰ ਯੁੱਧ ਹੋਇਆ ਅਤੇ ਅੰਗਰੇਜ਼ਾਂ ਦੀ ਜਿੱਤ ਹੋਈ ਸੀ। ਵੰਡੀਵਾਸ ਤਾਮਿਲਨਾਡੂ ਦੇ ਵਿੱਚ ਸਥਿਤ ਹੈ ਜੀ। ਇਸ ਦਾ ਯੁੱਧ ਹੋਇਆ ਸੀ 22 ਜਨਵਰੀ 1760 ਨੂੰ। ਫਰਾਂਸੀਸੀ ਅਤੇ ਅੰਗਰੇਜ਼ਾਂ ਦੇ ਵਿਚਕਾਰ ਜਿੱਤ ਹੋਈ ਸੀ ਅੰਗਰੇਜ਼ਾਂ ਦੀ। ਪੁਰਤਗਾਲੀਆਂ ਦੇ ਸਾਮਰਾਜ ਦਾ ਅਸਲੀ ਸਮਰਾਟ ਕਿਸ ਨੂੰ ਕਿਹਾ ਜਾਂਦਾ? ਵਾਸਕੋ ਡੀ ਗਾਮਾ, ਅਲਮੇਡਾ, ਨੀਨੋ ਡੀ ਕੁਨਾਹ, ਅਲਫਾਂਸੋ ਡੀ ਅਲਬੁਕਰਕ। ਸੋ ਇਹਦਾ ਰਾਈਟ ਆਨਸਰ ਹੈ ਜੀ ਪੁਰਤਗਾਲੀਆਂ ਦੇ ਸਮਰਾਜ ਦਾ ਜੋ ਅਸਲੀ ਸੀਗਾ ਉਹ ਸੀ ਅਲਫਾਂਸੋ ਡੀ ਅਲਬੁਕਰਕ। ਥਰਡ ਆਨਸਰ ਹੈ, ਫੋਰਥ ਆਨਸਰ ਹੈ ਜੋ ਰਾਈਟ ਹੈ ਜੀ, ਕਿਉਂਕਿ ਉਸਨੇ ਬੀਜਾਪੁਰ ਦੇ ਸ਼ਾਸਕ ਆਦਿਲ ਸ਼ਾਹ ਨੂੰ ਹਰਾ ਕੇ ਗੋਆ ਉੱਪਰ ਕਬਜ਼ਾ ਕੀਤਾ ਸੀ। ਜੋ ਅਲਫਾਂਸੋ ਡੀ ਸੀ ਉਸਨੇ ਬੀਜਾਪੁਰ ਦੇ ਸ਼ਾਸਕ ਆਦਿਲ ਸ਼ਾਹ ਕਿਸ ਨੂੰ ਹਰਾਇਆ ਸੀ ਜੀ? ਆਦਿਲ ਸ਼ਾਹ ਨੂੰ ਹਰਾ ਕੇ ਗੋਆ ਦੇ ਉੱਪਰ ਕਬਜ਼ਾ ਕੀਤਾ ਸੀ। ਇਸ ਤੋਂ ਇਲਾਵਾ ਵਿਜੇਨਗਰ ਦੇ ਸ਼ਾਸਕ ਦੇਵ ਰਾਏ ਤੋਂ ਕਰਨਾਟਕ ਦੇ ਭਟਕਲ ਵਿੱਚ ਕਿਲ੍ਹਾ ਬਣਾਉਣ ਦੀ ਇਜਾਜ਼ਤ ਵੀ ਲੈ ਲਈ ਸੀ ਅਲਫਾਂਸੋ ਡੀ ਨੇ। ਸੋ ਇਸ ਕਰਕੇ ਪੁਰਤਗਾਲੀਆਂ ਦੇ ਸਾਮਰਾਜ ਦਾ ਅਸਲੀ ਸਮਰਾਟ ਅਲਫਾਂਸੋ ਡੀ ਅਲਬੁਕਰਕ ਨੂੰ ਕਿਹਾ ਜਾਂਦਾ। ਕਾਰਟੇਜ ਪ੍ਰਣਾਲੀ ਕਿਸ ਨੇ ਆਰੰਭ ਕੀਤੀ? ਪੁਰਤਗਾਲੀਆਂ ਨੇ, ਡੱਚਾਂ ਨੇ, ਫਰਾਂਸੀਸੀਆਂ ਨੇ, ਅੰਗਰੇਜ਼ਾਂ ਨੇ। ਪੁਰਤਗਾਲੀਆਂ ਨੇ ਜੋ ਕੀਤੀ ਸੀ ਇਸ ਦੀ ਸ਼ੁਰੂਆਤ ਕਾਰਟੇਜ ਪ੍ਰਣਾਲੀ ਪੁਰਤਗਾਲੀਆਂ ਨੇ ਸ਼ੁਰੂ ਕੀਤੀ ਸੀ 16ਵੀਂ ਸਦੀ ਦੇ ਵਿੱਚ। ਕਦੋਂ ਕੀਤੀ ਸੀ ਸ਼ੁਰੂਆਤ? 16ਵੀਂ ਸਦੀ ਦੇ ਵਿੱਚ ਕੀਤੀ ਸੀ। 1502 ਤੋਂ 1750 ਦੇ ਦੌਰਾਨ ਕੀਤਾ ਇਸ ਦੀ ਜੋ ਸ਼ੁਰੂਆਤ ਕੀਤੀ। ਇਸ ਦੀ ਸ਼ੁਰੂਆਤ ਕੀਤੀ ਸੀ ਅਲਬੁਕਰਕ ਨੇ। ਅਸਲ ਵਿੱਚ ਇਹ ਲਾਇਸੈਂਸ ਪ੍ਰਥਾ ਸੀ। ਇਸ ਦੇ ਅਧੀਨ ਮਹਾਸਾਗਰ ਰਾਹੀਂ ਵਪਾਰ ਕਰਨ ਲਈ ਲਾਇਸੈਂਸ ਜਾਂ ਟੈਕਸ ਦੇਣਾ ਪੈਂਦਾ ਸੀ। ਸੋ ਇਹ ਜੋ ਕਾਰਟੇਜ ਆ ਇਹ ਇੱਕ ਤਰ੍ਹਾਂ ਦਾ ਟੈਕਸ ਸੀਗਾ ਜੋ ਮਹਾਸਾਗਰ ਰਾਹੀਂ ਵਪਾਰ ਕਰਨ ਦੇ ਲਈ ਦੇਣਾ ਪੈਂਦਾ ਸੀ। ਨੈਕਸਟ ਕਰਾਂਗੇ ਜੀ, ਕਿਹੜੇ ਮੁਗਲ ਸਾਮਰਾਟ ਨੇ ਪੁਰਤਗਾਲੀਆਂ ਨੂੰ ਹੁਗਲੀ ਵਿੱਚ ਬਸਤੀ ਬਣਾਉਣ ਦੀ ਆਗਿਆ ਦਿੱਤੀ? ਸ਼ਾਹਜਹਾਂ, ਅਕਬਰ, ਜਹਾਂਗੀਰ, ਔਰੰਗਜ਼ੇਬ। ਸੋ ਕਿਸ ਨੇ ਦਿੱਤੀ ਸੀ ਆਗਿਆ ਜੀ? ਅਕਬਰ ਨੇ। ਅਕਬਰ ਨੇ ਪੁਰਤਗਾਲੀਆਂ ਨੂੰ ਹੁਗਲੀ ਵਿੱਚ ਬਸਤੀ ਬਣਾਉਣ ਦੀ ਆਗਿਆ ਦਿੱਤੀ ਸੀ। ਕਦੋਂ ਦਿੱਤੀ ਸੀ ਜੀ? 1632 ਦੇ ਵਿੱਚ। ਅਕਬਰ ਨੇ ਆਦੇਸ਼ ਨਾਲ 1632 ਵਿੱਚ ਹੀ ਮੁਗਲ ਸਾਮਰਾਟ ਸ਼ਾਹਜਹਾਂ ਨੇ ਹੁਗਲੀ ਦੀ ਬਸਤੀ ਨੂੰ ਤਬਾਹ ਕਰ ਦਿੱਤਾ ਸੀ। ਅਕਬਰ ਦੇ ਆਦੇਸ਼ ਨਾਲ ਹੀ ਕਿਸ ਨੇ ਕੀਤਾ ਸੀਗਾ? ਸ਼ਾਹਜਹਾਂ ਨੇ ਹੁਗਲੀ ਦੀ ਬਸਤੀ ਨੂੰ ਤਬਾਹ ਕਰ ਦਿੱਤਾ ਸੀ ਅਤੇ ਆਗਿਆ ਕਿਹਨੇ ਦਿੱਤੀ ਸੀ? ਅਕਬਰ ਨੇ। ਸਭ ਤੋਂ ਪਹਿਲਾਂ ਭਾਰਤ ਵਿੱਚ ਆਉਣ ਵਾਲਾ ਅੰਗਰੇਜ਼ ਕੈਪਟਨ ਕੌਣ ਸੀ? ਚਾਰਨਕ, ਕੈਪਟਨ ਹਾਕਿੰਗ, ਗੋਰਲਡ ਅੰਗਿਆਰ, ਅਲਫਾਂਗੋ ਡਿਸੂਜਾ। ਸੋ ਸਭ ਤੋਂ ਪਹਿਲਾਂ ਕੈਪਟਨ ਹਾਕਿੰਸ ਰਾਈਟ ਆਨਸਰ ਹੈ ਜੀ। ਕੈਪਟਨ ਹਾਕਿੰਗ ਸੀਗਾ 1608 ਦੇ ਵਿੱਚ। 1608 ਦੇ ਵਿੱਚ ਭਾਰਤ ਆਇਆ ਸੀ। ਉਹ ਜਹਾਂਗੀਰ ਸਮੇਂ ਭਾਰਤ ਆਇਆ। ਜਹਾਂਗੀਰ ਦੇ ਸਮੇਂ ਭਾਰਤ ਆਇਆ ਸੀ ਅਤੇ ਮੁਗਲਾਂ ਦੇ ਨਾਲ ਵਪਾਰਕ ਸੰਧੀ ਕਰਨ ਦੇ ਵਿੱਚ ਅਸਫਲ ਰਿਹਾ ਸੀ। ਜਹਾਂਗੀਰ ਦੇ ਸਮੇਂ 1608 ਦੇ ਵਿੱਚ ਕੈਪਟਨ ਹਾਕਿੰਸ ਭਾਰਤ ਆਇਆ ਸੀ ਜੋ ਜਹਾਂਗੀਰ ਦੇ ਨਾਲ ਵਪਾਰਕ ਸੰਧੀ ਸਥਾਪਿਤ ਕਰਨ ਦੇ ਵਿੱਚ ਅਸਫਲ ਰਿਹਾ ਸੀ। ਅੰਗਰੇਜ਼ਾਂ ਨੇ ਆਪਣੀ ਪਹਿਲੀ ਫੈਕਟਰੀ ਬਣਾਈ ਰਾਮਸੋਲੀਪਟਨਮ, ਸੂਰਤ, ਕੋਚੀਨ, ਬੰਬਈ। ਸੋ ਰਾਈਟ ਹੈ ਜੀ ਸੂਰਤ। ਅੰਗਰੇਜ਼ਾਂ ਨੇ 1608 ਦੇ ਵਿੱਚ ਸੂਰਤ ਦੇ ਵਿੱਚ ਆਪਣੀ ਪਹਿਲੀ ਫੈਕਟਰੀ ਬਣਾਈ ਸੀ, ਪਰ ਇਹ ਬਿਨਾਂ ਅਨੁਮਤੀ ਤੋਂ ਬਣਾਈ ਗਈ ਸੀ। 1613 ਦੇ ਵਿੱਚ ਇਹ ਪੂਰੀ ਹੋਈ ਸੀ। 1611 ਦੇ ਵਿੱਚ ਮਸੋਲੀਪਟਨਮ ਦੀ ਫੈਕਟਰੀ ਸਥਾਪਿਤ ਕੀਤੀ ਸੀ ਜੋ ਮਨਜ਼ੂਰਸ਼ੁਦਾ ਫੈਕਟਰੀ ਸੀ।
ਸੂਰਤ ਦੀ ਫੈਕਟਰੀ 1608 ਦੇ ਵਿੱਚ ਲਗਾਈ ਗਈ ਸੀ ਜੋ ਬਿਨਾਂ ਮਨਜ਼ੂਰੀ ਤੋਂ ਸੀ। 1611 ਦੇ ਵਿੱਚ ਮਸੂਲੀਪਟਨਮ ਦੀ ਫੈਕਟਰੀ ਸੀ 1611 ਦੇ ਵਿੱਚ ਜੋ ਮਨਜ਼ੂਰੀ ਵਾਲੀ ਸੀ। ਸਭ ਤੋਂ ਪਹਿਲਾਂ ਪ੍ਰਸਤਾਵਨਾ ਦੀ ਧਾਰਨਾ ਆਈ ਬ੍ਰਿਟੇਨ ਵਿੱਚ, ਅਮਰੀਕਾ ਵਿੱਚ, ਫਰਾਂਸ ਵਿੱਚ, ਬੁਲਗਾਰੀਆ ਵਿੱਚ। ਸਭ ਤੋਂ ਪਹਿਲਾਂ ਪ੍ਰਸਤਾਵਨਾ ਦੀ ਧਾਰਨਾ ਕਿਸ ਦੇਸ਼ ਨੇ ਅਪਣਾਈ ਸੀ? ਅਮਰੀਕਾ ਵਿੱਚ। ਰਾਈਟ ਆਨਸਰ ਅਮਰੀਕਾ ਨੇ ਸਭ ਤੋਂ ਪਹਿਲਾਂ ਪ੍ਰਸਤਾਵਨਾ ਆਪਣੇ ਸੰਵਿਧਾਨ ਵਿੱਚ ਅੰਕਿਤ ਕੀਤੀ ਸੀ। ਅਮਰੀਕਾ ਦਾ ਸੰਵਿਧਾਨ ਹੀ ਸਭ ਤੋਂ ਪਹਿਲਾਂ ਕਿਉਂਕਿ ਸਭ ਤੋਂ ਪਹਿਲਾਂ ਜੋ ਲਿਖਤ ਸੰਵਿਧਾਨ ਆ ਉਹ ਅਮਰੀਕਾ ਦੁਆਰਾ ਲਿਖਿਆ ਗਿਆ ਸੀ। ਭਾਰਤੀ ਸੰਵਿਧਾਨ ਵਿੱਚ ਵੀ ਅਸੀਂ ਅਮਰੀਕਾ ਤੋਂ ਹੀ ਇਹ ਧਾਰਨਾ ਲਈ ਸੀ। ਭਾਰਤੀ ਸੰਵਿਧਾਨ ਬਣਾਉਂਦੇ ਸਮੇਂ ਤਕਰੀਬਨ 60 ਦੇਸ਼ਾਂ ਤੋਂ ਸੰਵਿਧਾਨ ਦੀ ਡੂੰਘੀ ਜੋ ਪੜਚੋਲ ਕੀਤੀ ਗਈ। ਜੋ ਭਾਰਤੀ ਸੰਵਿਧਾਨ ਆ ਉਸ ਨੂੰ ਬਣਾਉਣ ਲੱਗੇ ਵੱਖ-ਵੱਖ ਦੇਸ਼ਾਂ ਦੇ ਸੰਵਿਧਾਨਾਂ ਤੋਂ ਅਸੀਂ ਬਹੁਤ ਕੁਝ ਗ੍ਰਹਿਣ ਕੀਤਾ। ਜੋ ਪ੍ਰਸਤਾਵਨਾ ਉਹ ਸਭ ਤੋਂ ਪਹਿਲਾਂ ਅਮਰੀਕਾ ਦੇ ਸੰਵਿਧਾਨ ਵਿੱਚ ਦਰਜ ਕੀਤੀ ਗਈ ਸੀ। ਵੀਡੀਓ ਨੂੰ ਵੱਧ ਤੋਂ ਵੱਧ ਲਾਈਕ, ਕਮੈਂਟ ਅਤੇ ਸ਼ੇਅਰ ਜ਼ਰੂਰ ਕਰਿਓ ਜੀ, ਤਾਂ ਕਿ ਹੋਰਨਾਂ ਸਾਥੀਆਂ ਤੱਕ ਵੀਡੀਓ ਪਹੁੰਚ ਸਕੇ। ਇਸ ਤੋਂ ਇਲਾਵਾ ਜੇਕਰ ਕੋਈ ਵੀ ਅਧਿਆਪਕ ਸਾਥੀ ਸਾਡਾ PS ਟੈਟ, ਮਾਸਟਰ ਕੇਡਰ ਸਮਾਜਿਕ ਸਿੱਖਿਆ ਅਤੇ ਪੰਜਾਬੀ ਦਾ ਗਰੁੱਪ ਜੁਆਇਨ ਕਰਨਾ ਚਾਹੁੰਦਾ ਹੋਵੇ ਤਾਂ ਸਾਨੂੰ ਮੈਸੇਜ ਕਰ ਸਕਦੇ ਹੋ 971500 8800, ਜਿਸ ਦੇ ਵਿੱਚ ਤੁਹਾਨੂੰ ਹਰ ਰੋਜ਼ ਟੌਪਿਕ ਟੈਸਟ ਅਤੇ ਟੌਪਿਕ ਪ੍ਰੋਵਾਈਡ ਕੀਤੇ ਜਾਂਦੇ ਆ ਅਤੇ ਹਰ ਇੱਕ ਐਤਵਾਰ ਨੂੰ 150 ਪ੍ਰਸ਼ਨਾਂ ਦਾ ਗਰੁੱਪ ਟੈਸਟ ਵੀ ਲਿਆ ਜਾਂਦਾ ਜੀ। ਸੋ ਨੈਕਸਟ ਕਰਾਂਗੇ ਜੀ, ਭਾਰਤੀ ਪ੍ਰਸਤਾਵਨਾ ਵਿੱਚ ਸਭ ਤੋਂ ਵੱਧ ਯੋਗਦਾਨ ਕਿਸ ਦਾ ਸੀ? VR ਅੰਬੇਡਕਰ, KM ਮੁਨਸ਼ੀ, ਪੰਡਿਤ ਜਵਾਹਰ ਲਾਲ ਨਹਿਰੂ, ਸਚਿਦਾਨੰਦ ਸਿਨਹਾ। ਸੋ ਸਭ ਤੋਂ ਵੱਧ ਜੋ ਯੋਗਦਾਨ ਸੀ ਪ੍ਰਸਤਾਵਨਾ ਦੇ ਵਿੱਚ ਉਹ ਸੀ ਪੰਡਿਤ ਜਵਾਹਰ ਲਾਲ ਨਹਿਰੂ, ਜੋ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਸੀ। ਉਹਨਾਂ ਨੇ ਹੀ ਸੰਵਿਧਾਨ ਸਭਾ ਦੀ ਤੀਜੀ ਬੈਠਕ ਦੇ ਵਿੱਚ ਪ੍ਰਸਤਾਵਨਾ ਸ਼ਾਮਲ ਕਰਨ ਦਾ ਸੁਝਾਅ ਦਿੱਤਾ ਸੀ। ਕਿਹੜੀ ਬੈਠਕ 'ਚ? ਤੀਜੀ ਬੈਠਕ ਦੇ ਵਿੱਚ ਪ੍ਰਸਤਾਵਨਾ ਸ਼ਾਮਲ ਕਰਨ ਦਾ ਸੁਝਾਅ ਦਿੱਤਾ ਸੀ। ਅੰਬੇਦਕਰ ਜੀ ਵੱਲੋਂ ਮੁਸਲਿਮ ਮੈਂਬਰਾਂ ਦੀ ਗੈਰ ਮੌਜੂਦਗੀ ਕਾਰਨ ਇਸ ਉੱਪਰ ਚਰਚਾ ਕਰਨ ਤੋਂ ਨਾ ਕਰ ਦਿੱਤੀ ਗਈ ਸੀ ਅਤੇ ਬਾਅਦ ਵਿੱਚ 22 ਜਨਵਰੀ 1947 ਨੂੰ ਪ੍ਰਸਤਾਵਨਾ ਨੂੰ ਸੰਵਿਧਾਨ ਦੁਆਰਾ ਸਵੀਕਾਰ ਕੀਤਾ ਗਿਆ ਸੀ। ਸੋ ਜੋ ਪ੍ਰਸਤਾਵਨਾ ਦਾ ਸੁਝਾਅ ਉਹ ਪੰਡਿਤ ਜਵਾਹਰ ਲਾਲ ਨਹਿਰੂ ਨੇ ਸੰਵਿਧਾਨ ਸਭਾ ਦੀ ਤੀਜੀ ਬੈਠਕ ਦੇ ਵਿੱਚ ਦਿੱਤਾ ਸੀ। ਪ੍ਰਸਤਾਵਨਾ ਵਿੱਚ ਭਾਰਤ ਸ਼ਬਦ ਦਾ ਜ਼ਿਕਰ ਕਿੰਨੀ ਵਾਰ ਹੋਇਆ ਹੈ? 2 ਵਾਰ, 4 ਵਾਰ, 3 ਵਾਰ, 7 ਵਾਰ। ਸੋ ਪ੍ਰਸਤਾਵਨਾ ਦੇ ਵਿੱਚ ਜੋ ਭਾਰਤ ਸ਼ਬਦ ਦਾ ਵਰਤੋਂ ਆ ਉਹ ਸਿਰਫ 2 ਵਾਰ ਕੀਤੀ ਗਈ ਹੈ। ਸੰਵਿਧਾਨ ਵਿੱਚ ਭਾਰਤ ਸ਼ਬਦ ਸਿਰਫ 2 ਵਾਰ ਵਰਤਿਆ ਗਿਆ। ਇੱਕ ਤਾਂ ਹੈ ਅਸੀਂ ਭਾਰਤ ਦੇ ਲੋਕ, ਭਾਰਤ ਨੂੰ। ਇਸ ਤੋਂ ਇਲਾਵਾ ਸਮਾਨਤਾ ਸ਼ਬਦ 2 ਵਾਰ ਵਰਤਿਆ ਗਿਆ। ਨਿਆਂ ਸ਼ਬਦ 3 ਵਾਰ, ਆਜ਼ਾਦੀ 5 ਵਾਰ ਇਹ ਵਰਤਿਆ ਗਿਆ ਜੀ। ਜੋ ਭਾਰਤ ਦਾ ਸਿਰਫ 2 ਵਾਰ ਸ਼ਬਦ ਵਰਤਿਆ ਗਿਆ। ਅਸੀਂ ਭਾਰਤ ਦੇ ਲੋਕ, ਭਾਰਤ ਨੂੰ, ਇੱਥੇ ਹੀ 2 ਵਾਰ ਸ਼ਬਦ ਵਰਤਿਆ ਗਿਆ। 42ਵੀਂ ਸੋਧ ਅਧੀਨ ਪ੍ਰਸਤਾਵਨਾ ਵਿੱਚ ਕਿੰਨੇ ਸ਼ਬਦ ਜੋੜੇ ਗਏ? 2, 3, 1, 4। ਕਿੰਨੇ ਸ਼ਬਦ ਜੋੜੇ ਗਏ ਸੀਗੇ ਜੀ? 3 ਸ਼ਬਦ। 1976 ਦੇ ਵਿੱਚ 42ਵੀਂ ਸੋਧ ਕੀਤੀ ਗਈ ਸੀ। ਇਸ ਦੇ ਅਧੀਨ 3 ਸ਼ਬਦ ਜੋੜੇ ਗਏ ਸੀ, ਸਮਾਜਵਾਦੀ, ਧਰਮ ਨਿਰਪੱਖ ਅਤੇ ਅਖੰਡਤਾ। ਸਮਾਜਵਾਦੀ, ਧਰਮ ਨਿਰਪੱਖ ਅਤੇ ਅਖੰਡਤਾ 3 ਸ਼ਬਦ ਜੋੜੇ ਗਏ ਸੀ 42ਵੀਂ ਸੋਧ ਦੁਆਰਾ। ਵੇਰੂਵਾਰੀ ਸੰਘ ਮਾਮਲੇ ਦਾ ਸੰਬੰਧ ਭਾਰਤ ਤੋਂ ਇਲਾਵਾ ਕਿਸ ਦੇਸ਼ ਨਾਲ ਸੀ? ਚੀਨ, ਤਿੱਬਤ, ਨੇਪਾਲ, ਪਾਕਿਸਤਾਨ। ਸੋ ਵੇਰੂਵਾਰੀ ਜੋ ਮਾਮਲਾ ਸੀਗਾ ਉਸ ਦਾ ਸੰਬੰਧ ਕਿਸ ਦੇ ਨਾਲ ਹੈ? ਪਾਕਿਸਤਾਨ ਦੇ ਨਾਲ। ਭਾਰਤ ਅਤੇ ਪਾਕਿਸਤਾਨ ਦੇ ਨਾਲ ਸੰਬੰਧਿਤ ਸੀਗਾ। ਵੇਰੂਵਾਰੀ ਵਿੱਚ ਇੱਕ ਛੋਟਾ ਜਿਹਾ ਪਿੰਡ ਹੈ ਜਿਸ ਦੇ ਇੱਕ ਘਰ ਨੂੰ ਰੇਡ ਕਾਲਿਫ ਜੋ ਬਟਵਾਰਾ ਸੀਗੀ ਰੇਖਾ ਸੀ ਦੁਆਰਾ ਦੌਰਾਨ 2 ਹਿੱਸਿਆਂ ਵਿੱਚ ਵੰਡਿਆ ਗਿਆ ਸੀਗਾ। ਇਸ ਵਿੱਚ ਮੁਸਲਿਮ ਲੋਕਾਂ ਦੀ ਗਿਣਤੀ ਜ਼ਿਆਦਾ ਸੀ। ਸੋ ਪਾਕਿਸਤਾਨ ਨੇ ਇਸ ਦੀ ਮੰਗ ਕੀਤੀ ਅਤੇ ਨਹਿਰੂ ਜੀ ਨੇ 1958 ਦੇ ਵਿੱਚ ਇਸ ਝਗੜੇ ਸੰਬੰਧੀ ਪਾਕਿਸਤਾਨ ਗਵਰਨਰ ਦੇ ਨਾਲ ਸਮਝੌਤਾ ਕੀਤਾ। ਪਾਕਿਸਤਾਨ ਜੋ ਗਵਰਨਰ ਸੀਗਾ ਉਸ ਦੇ ਨਾਲ ਸਮਝੌਤਾ ਕੀਤਾ ਸੀਗਾ ਅਤੇ ਵੇਰੂਵਾਰੀ ਪਾਕਿਸਤਾਨ ਨੂੰ ਦੇ ਦਿੱਤਾ ਸੀ
ਤੇ ਬਦਲੇ ਵਿੱਚ ਪੁੰਛ ਦਾ ਜੋ ਹਿੱਸਾ ਉਹ ਭਾਰਤ ਕੋਲ ਆ ਗਿਆ ਸੀ। ਸੰਘਵਾਦ ਪ੍ਰਣਾਲੀ ਨੂੰ ਭਾਰਤੀ ਸੰਵਿਧਾਨ ਨੇ ਕਿਹੜੇ ਦੇਸ਼ ਤੋਂ ਲਿਆ ਗਿਆ? ਅਮਰੀਕਾ, ਆਇਰਲੈਂਡ, ਕੈਨੇਡਾ, ਦੱਖਣੀ ਅਫਰੀਕਾ। ਸੋ ਜੋ ਸੰਘਵਾਦ ਹੈ ਉਹ ਕਿਹੜੇ ਦੇਸ਼ ਤੋਂ ਲਿਆ ਗਿਆ ਜੀ? ਕੈਨੇਡਾ ਤੋਂ। ਸੰਘਵਾਦ ਹੈ ਕੈਨੇਡਾ ਤੋਂ ਲਿਆ ਗਿਆ, ਕਿਉਂਕਿ ਭਾਰਤ ਇੱਕ ਵਿਸ਼ਾਲ ਦੇਸ਼ ਹੈ। ਸੋ ਸਹੀ ਢੰਗ ਦੇ ਨਾਲ ਸ਼ਾਸਨ ਪ੍ਰਬੰਧ ਚਲਾਉਣ ਦੇ ਲਈ ਇਹ ਪ੍ਰਣਾਲੀ ਬਿਲਕੁਲ ਸਹੀ ਸੀ ਭਾਰਤ ਦੇ ਲਈ। ਇਸ ਅਧੀਨ ਸ਼ਕਤੀਆਂ ਦਾ ਵਿਕੇਂਦਰੀਕਰਨ ਕੀਤਾ ਗਿਆ। ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਦੇ ਵਿੱਚ ਸ਼ਕਤੀਆਂ ਦੀ ਵੰਡ ਕੀਤੀ ਗਈ ਹੈ। 3 ਸੂਚੀਆਂ ਦੇ ਵਿੱਚ ਵੰਡਿਆ ਗਿਆ: ਸੰਘ ਸੂਚੀ, ਰਾਜ ਸੂਚੀ ਤੇ ਸਮਵਰਤੀ ਸੂਚੀ। ਸੰਘ ਸੂਚੀ ਵਿੱਚ 100 ਵਿਸ਼ੇ ਸ਼ਾਮਲ ਨੇ, ਰਾਜ ਸੂਚੀ ਵਿੱਚ 61 ਤੇ ਸਮਵਰਤੀ ਸੂਚੀ ਵਿੱਚ 52 ਵਿਸ਼ੇ ਸ਼ਾਮਲ ਨੇ। ਸਰਕਾਰੀਆ ਕਮਿਸ਼ਨ ਕਦੋਂ ਬਣਾਇਆ ਗਿਆ ਸੀ? 1987, 1983, 1966, 1990। ਸੋ ਸਰਕਾਰੀਆ ਕਮਿਸ਼ਨ ਕਦੋਂ ਬਣਾਇਆ ਗਿਆ ਸੀ ਜੀ? 1983 ਦੇ ਵਿੱਚ। 1983 ਦੇ ਵਿੱਚ ਸਰਕਾਰੀਆ ਕਮਿਸ਼ਨ ਬਣਾਇਆ ਗਿਆ ਸੀਗਾ। ਸੁਪਰੀਮ ਕੋਰਟ ਦੁਆਰਾ ਇਹ ਕਮਿਸ਼ਨ ਬਣਾਇਆ ਗਿਆ ਸੀ। ਕੇਂਦਰ ਤੇ ਰਾਜਾਂ ਵਿਚਕਾਰ ਸ਼ਕਤੀਆਂ ਨਾਲ ਸੰਬੰਧਿਤ ਵਿਸ਼ਿਆਂ ਦੀ ਵੰਡ ਕਰਨ ਦੇ ਲਈ ਸਰਕਾਰੀਆ ਕਮਿਸ਼ਨ 1983 ਦੇ ਵਿੱਚ ਹੋਂਦ ਵਿੱਚ ਆਇਆ। ਚੇਅਰਮੈਨ ਸੀ ਜੋ ਇਹਦਾ ਰਣਜੀਤ ਸਿੰਘ ਸਰਕਾਰੀਆ ਸੀ, ਜਿਸ ਦੇ ਨਾਮ ਤੇ ਹੀ ਇਸ ਕਮਿਸ਼ਨ ਦਾ ਨਾਮ ਸਰਕਾਰੀਆ ਕਮਿਸ਼ਨ ਪਿਆ ਸੀ। ਇਸ ਕਮਿਸ਼ਨ ਨੇ ਆਪਣੀ ਰਿਪੋਰਟ 1987 ਦੇ ਵਿੱਚ, ਬਣਿਆ 83 ਵਿੱਚ ਸੀਗਾ, ਆਪਣੀ ਰਿਪੋਰਟ 1987 ਦੇ ਵਿੱਚ ਪੇਸ਼ ਕੀਤੀ ਸੀਗੀ ਤੇ ਵਿਸ਼ਿਆਂ ਦੀ ਵੰਡ ਦੇ ਉੱਤੇ ਆਪਣੇ ਜੋ ਰਿਪੋਰਟ ਦਿੱਤੀ ਸੀ। ਭਾਰਤ ਦਾ ਰਾਸ਼ਟਰੀ ਚਿੰਨ੍ਹ ਸਤਿਅਮ ਜਯਤੇ ਕਿੱਥੋਂ ਲਿਆ ਗਿਆ? ਅਸ਼ੋਕ ਦੇ ਸ਼ਿਲਾਲੇਖ ਤੋਂ, ਮੁੰਡਕ ਉਪਨਿਸ਼ਦ ਤੋਂ, ਤ੍ਰਿਗਦੇਵ ਗ੍ਰੰਥ ਤੋਂ, ਭਾਰਤੀ ਪ੍ਰਾਚੀਨ ਸੰਸਕ੍ਰਿਤੀ ਤੋਂ। ਸੋ ਭਾਰਤੀ ਰਾਸ਼ਟਰੀ ਚਿੰਨ੍ਹ ਸਤਿਅਮ ਜਯਤੇ ਕਿੱਥੋਂ ਲਿਆ ਗਿਆ ਜੀ? ਮੁੰਡਕ ਉਪਨਿਸ਼ਦ ਤੋਂ। ਮੁੰਡਕ ਉਪਨਿਸ਼ਦ ਤੋਂ ਲਿਆ ਗਿਆ। ਇਸ ਨੂੰ ਬਹੁਤ ਸਾਰੇ ਸ਼ਾਸਕਾਂ ਨੇ ਅਪਣਾਇਆ ਸੀਗਾ ਤੇ ਭਾਰਤ ਦੀ ਗੌਰਵਮਈ ਕਹਾਣੀ ਨੂੰ ਇਹ ਦਰਸਾਉਂਦਾ ਚਿੰਨ੍ਹ ਸਤਿਅਮ ਜਯਤੇ, ਜਿਸ ਦਾ ਅਰਥ ਹੈ ਸੱਚ ਦੀ ਜਿੱਤ। ਭਾਰਤੀ ਸੰਗੀਤ ਦਾ ਆਦਿ ਗ੍ਰੰਥ ਕਿਸ ਨੂੰ ਕਿਹਾ ਜਾਂਦਾ ਹੈ? ਉਪਨਿਸ਼ਦ, ਯਜੁਰਵੇਦ, ਸਾਮਵੇਦ, ਰਿਗਵੇਦ। ਕਿਸ ਨੂੰ ਕਿਹਾ ਜਾਂਦਾ ਸੰਗੀਤ ਦਾ? ਸਾਮਵੇਦ। ਇਹ ਸੰਗੀਤ ਜੋ ਪ੍ਰਧਾਨ ਗ੍ਰੰਥ ਹੈ 4 ਵੇਦਾਂ ਦੇ ਵਿੱਚੋਂ ਸਭ ਤੋਂ ਸੰਗੀਤ ਦੇ ਪੱਖੋਂ ਮਹੱਤਵਪੂਰਨ ਹੈ। ਇਸ ਵਿੱਚ ਸੰਸਾਰ ਦੇ ਪ੍ਰਾਚੀਨ ਸੰਗੀਤ ਦਾ ਵਰਣਨ ਕੀਤਾ ਗਿਆ। ਵੀਡੀਓ ਨੂੰ ਵੱਧ ਤੋਂ ਵੱਧ ਲਾਈਕ, ਕਮੈਂਟ ਅਤੇ ਸ਼ੇਅਰ ਜ਼ਰੂਰ ਕਰਿਓ ਜੀ, ਤਾਂ ਕਿ ਹੋਰਨਾਂ ਸਾਥੀਆਂ ਤੱਕ ਵੀਡੀਓ ਪਹੁੰਚ ਸਕੇ। ਇਸ ਤੋਂ ਇਲਾਵਾ ਕੱਲ੍ਹ ਨੂੰ ਸਾਡੇ WhatsApp ਗਰੁੱਪ ਦੇ ਵਿੱਚ ਇਸ ਟੈਸਟ ਸੀਰੀਜ਼ ਦਾ ਟੈਸਟ ਲਿਆ ਜਾਣਾ ਜੀ। ਸੋ ਆਪ ਸਭ ਨੇ ਜ਼ਰੂਰ ਅਟੈਂਪਟ ਕਰਨਾ। ਭਾਰਤ ਦਾ ਸਭ ਤੋਂ ਪਹਿਲਾ ਗਵਰਨਰ ਕੌਣ ਸੀ? ਲਾਰਡ ਹੇਸਟਿੰਗਜ਼, ਲਾਰਡ ਕੈਨਿੰਗ, ਲਾਰਡ ਮਿੰਟੋ, ਲਾਰਡ ਕਰਜ਼ਨ। ਸੋ ਲਾਰਡ ਕੈਨਿੰਗ ਸੀ ਜੋ ਲਾਰਡ ਕੈਨਿੰਗ ਭਾਰਤ ਦਾ ਪਹਿਲਾ ਗਵਰਨਰ ਸੀਗਾ। 1857 ਦੇ ਵਿਦਰੋਹ ਦੇ ਬਾਅਦ ਅਗਸਤ 1958 ਵਿੱਚ ਬ੍ਰਿਟਿਸ਼ ਪਾਰਲੀਮੈਂਟ ਨੇ ਅਧਿਨਿਯਮ ਪਾਸ ਕਰਕੇ ਭਾਰਤ ਵਿੱਚ ਬ੍ਰਿਟਿਸ਼ ਇੰਡੀਆ ਕੰਪਨੀ ਦਾ ਜੋ ਰਾਜ ਖਤਮ ਕਰ ਦਿੱਤਾ ਸੀ ਤੇ ਸਾਰਾ ਜੋ ਪ੍ਰਬੰਧ ਸੀਗਾ ਬ੍ਰਿਟਿਸ਼ ਤਾਜ ਦੇ ਅਧੀਨ ਲਿਆ ਸੀ ਤੇ ਲਾਰਡ ਕੈਨਿੰਗ ਨੂੰ ਪਹਿਲਾ ਗਵਰਨਰ ਬਣਾ ਕੇ ਭਾਰਤ ਭੇਜਿਆ ਸੀ। ਕਿਹੜੇ ਸਿੱਖ ਗੁਰੂ ਦੁਆਰਾ ਜ਼ਫ਼ਰਨਾਮਾ ਲਿਖਿਆ ਗਿਆ? ਗੁਰੂ ਹਰਗੋਬਿੰਦ ਸਾਹਿਬ ਜੀ, ਗੁਰੂ ਹਰਰਾਏ ਜੀ, ਗੁਰੂ ਗੋਬਿੰਦ ਸਿੰਘ ਜੀ, ਗੁਰੂ ਤੇਗ ਬਹਾਦਰ ਜੀ। ਜੋ ਜ਼ਫ਼ਰਨਾਮਾ ਕਿਸ ਨੇ ਲਿਖਿਆ ਸੀ? ਸਿੱਖਾਂ ਦੇ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ। ਜ਼ਫ਼ਰਨਾਮਾ ਉਹਨਾਂ ਨੇ ਲਿਖਿਆ ਸੀ ਔਰੰਗਜ਼ੇਬ ਨੂੰ। ਸਿੱਖਾਂ ਦੇ 10ਵੇਂ ਗੁਰੂ ਸੀ ਗੁਰੂ ਗੋਬਿੰਦ ਸਿੰਘ ਜੀ। ਸੋ ਇਹ ਪੱਤਰ ਲਿਖਿਆ ਗਿਆ ਸੀਗਾ। ਜ਼ਫ਼ਰਨਾਮਾ 10ਵੇਂ ਗ੍ਰੰਥ ਦਾ ਹੀ ਇੱਕ ਭਾਗ ਹੈ। ਸੋ ਔਰੰਗਜ਼ੇਬ ਦੀਆਂ ਜੋ ਗਲਤੀਆਂ ਸੀ ਉਹਨਾਂ ਦਾ ਵਰਣਨ ਕੀਤਾ ਗਿਆ ਸੀ। ਕਿਹਾ ਜਾਂਦਾ ਹੈ ਕਿ ਉਸ ਜ਼ਫ਼ਰਨਾਮਾ ਪੜ੍ਹਨ ਤੋਂ ਬਾਅਦ ਜੋ ਔਰੰਗਜ਼ੇਬ ਸੀ ਜ਼ਿਆਦਾ ਸਮਾਂ ਨਹੀਂ ਰਹਿ ਸਕਿਆ, ਉਸ ਦੀ ਮੌਤ ਹੋ ਗਈ ਸੀ। ਭਾਰਤ ਵਿੱਚ ਸਭ ਤੋਂ ਪਹਿਲਾਂ ਡਾਕਘਰ ਕਿੱਥੇ ਸਥਾਪਿਤ ਕੀਤਾ ਗਿਆ? ਕਲਕੱਤਾ, ਮਦਰਾਸ, ਬੰਬਈ, ਉੜੀਸਾ। ਸੋ ਸਭ ਤੋਂ ਪਹਿਲਾਂ ਜੋ ਡਾਕਘਰ ਸਥਾਪਿਤ ਕੀਤਾ ਗਿਆ ਸੀ ਕਲਕੱਤਾ ਦੇ ਵਿੱਚ। ਅੱਜ ਤੋਂ 252 ਸਾਲ ਪਹਿਲਾਂ
1766 ਦੇ ਵਿੱਚ 1766 ਦੇ ਵਿੱਚ ਡਾਕ ਦਿਵਸ ਜੋ ਡਾਕ ਦੀ ਵਿਵਸਥਾ ਸੀ ਸ਼ੁਰੂ ਕੀਤੀ ਗਈ ਸੀ। 1774 ਵਿੱਚ ਲਾਰਡ ਹੇਸਟਿੰਗਜ਼ ਨੇ ਸਭ ਤੋਂ ਪਹਿਲਾਂ ਡਾਕਘਰ ਬਣਾਇਆ। 1852 ਵਿੱਚ ਪਹਿਲੀ ਵਾਰ ਡਾਕ ਟਿਕਟ ਲਗਾਉਣ ਦੀ ਵਿਵਸਥਾ ਸ਼ੁਰੂ ਕੀਤੀ ਗਈ ਸੀ। ਸੋ ਸਭ ਤੋਂ ਪਹਿਲਾਂ ਜੋ ਡਾਕਘਰ ਸੀ ਉਹ ਕਲਕੱਤਾ ਦੇ ਵਿੱਚ ਸਥਾਪਿਤ ਕੀਤਾ ਗਿਆ ਸੀ। ਨੈਕਸਟ ਕਰਾਂਗੇ ਜੀ, ਸਗੋਲੀ ਦੀ ਸੰਧੀ ਕਿਹਨਾਂ ਦੇ ਵਿਚਕਾਰ ਹੋਈ? 1816 ਦੇ ਵਿੱਚ ਹੋਈ ਸੀ। ਕਿਹਨਾਂ ਵਿਚਕਾਰ ਹੋਈ? ਈਸਟ ਇੰਡੀਆ ਕੰਪਨੀ ਤੇ ਨੇਪਾਲ, ਕੰਪਨੀ ਤੇ ਅਵਧ, ਅਵਧ ਤੇ ਨੇਪਾਲ, ਫਰਾਂਸ ਤੇ ਨੇਪਾਲ। ਇਹ ਹੋਈ ਸੀ ਜੀ ਈਸਟ ਇੰਡੀਆ ਕੰਪਨੀ ਤੇ ਨੇਪਾਲ ਦੇ ਵਿਚਕਾਰ। ਈਸਟ ਇੰਡੀਆ ਕੰਪਨੀ ਤੇ ਨੇਪਾਲ ਦੇ ਵਿਚਕਾਰ ਮਸੌਲੀ ਦੀ ਸੰਧੀ ਹੋਈ ਸੀ 1816 ਦੇ ਵਿੱਚ। ਇਸ ਸੰਧੀ ਦੇ ਦੌਰਾਨ ਜੋ ਬ੍ਰਿਟਿਸ਼ ਨੇਪਾਲ ਯੁੱਧ ਦਾ ਅੰਤ ਕੀਤਾ ਸੀਗਾ। ਸੋ 1815 ਦੇ ਵਿੱਚ ਇਸ ਸੰਧੀ ਉੱਪਰ ਦਸਤਖਤ ਕੀਤੇ ਗਏ। 4 ਮਾਰਚ 1816 ਨੂੰ ਇਹ ਸੰਧੀ ਲਾਗੂ ਕੀਤੀ ਗਈ। 4 ਮਾਰਚ 1816 ਨੂੰ ਇਹ ਸੰਧੀ ਲਾਗੂ ਕੀਤੀ ਗਈ ਸੀ। ਆਨੰਦ ਮੱਠ ਦਾ ਲੇਖਕ ਅਰਵਿੰਦ ਘੋਸ਼, ਬੈਂਕਮ ਚੰਦਰ ਚੈਟਰਜੀ, ਸਰੋਜਨੀ ਨਾਇਡੂ, ਰਵਿੰਦਰ ਨਾਥ ਟੈਗੋਰ। ਸੋ ਕੌਣ ਆ ਜੀ? ਬੈਂਕਮ ਚੰਦਰ ਚੈਟਰਜੀ ਆਨੰਦ ਮੱਠ ਦੇ ਲੇਖਕ ਨੇਗੇ। ਇਸ ਦੀ ਰਚਨਾ 1882 ਦੇ ਵਿੱਚ ਕੀਤੀ ਗਈ ਸੀ। ਇਸ ਰਚਨਾ ਦੇ ਭਾਰਤੀ ਆਜ਼ਾਦੀ ਸੰਘਰਸ਼ ਅਤੇ ਸੁਤੰਤਰਤਾ ਸੈਨਾਨੀਆਂ ਦੇ ਉੱਤੇ ਡੂੰਘਾ ਪ੍ਰਭਾਵ ਪਿਆ ਸੀ। ਅਤੇ ਜੋ ਰਾਸ਼ਟਰੀ ਗੀਤ ਹੈ ਬੰਦੇ ਮਾਤਰਮ, ਉਹ ਵੀ ਆਨੰਦ ਮੱਠ ਦੇ ਵਿੱਚੋਂ ਹੀ ਲਿਆ ਗਿਆ। ਪ੍ਰਥਮ ਭਾਰਤੀ ਨੋਬਲ ਪੁਰਸਕਾਰ ਵਿਜੇਤਾ ਸ੍ਰੀ CV ਰਮਨ, ਰਵਿੰਦਰ ਨਾਥ ਟੈਗੋਰ, ਹਰਗੋਬਿੰਦ ਖੁਰਾਨਾ, ਅਮਰਤਿਆ ਸੇਨ। ਰਵਿੰਦਰ ਨਾਥ ਟੈਗੋਰ ਆਏਗਾ ਜੀ ਜਿਨ੍ਹਾਂ ਨੂੰ ਸਭ ਤੋਂ ਪਹਿਲਾਂ ਨੋਬਲ ਪੁਰਸਕਾਰ ਦਿੱਤਾ ਗਿਆ ਸੀ 1913 ਦੇ ਵਿੱਚ ਗੀਤਾਂਜਲੀ ਦੇ ਲਈ। 1913 ਦੇ ਵਿੱਚ ਗੀਤਾਂਜਲੀ ਦੇ ਲਈ ਨੋਬਲ ਪੁਰਸਕਾਰ ਦਿੱਤਾ ਗਿਆ ਸੀ ਰਵਿੰਦਰ ਨਾਥ ਟੈਗੋਰ ਨੂੰ। ਸੋ ਇਹ ਸੀ ਅੱਜ ਦੀ ਵੀਡੀਓ ਦੇ 25 ਮਹੱਤਵਪੂਰਨ ਪ੍ਰਸ਼ਨ। ਉਮੀਦ ਹੈ ਕਿ ਆਪ ਸਭ ਨੇ ਵੀਡੀਓ ਜ਼ਰੂਰ ਧਿਆਨ ਦੇ ਨਾਲ ਵੇਖੀ ਹੋਏਗੀ। ਹੁਣ ਇਸ ਵੀਡੀਓ ਦੇ ਵਿੱਚੋਂ ਤੁਹਾਨੂੰ 5 ਪ੍ਰਸ਼ਨ ਪੁੱਟ ਕੀਤੇ ਜਾਣਗੇ ਜਿਨ੍ਹਾਂ ਦੇ ਜਵਾਬ ਆਪ ਸਭ ਨੇ ਕਮੈਂਟਸ ਦੇ ਵਿੱਚ ਜ਼ਰੂਰ ਦੇਣੇ ਆ ਜੀ। ਇਸ ਤੋਂ ਇਲਾਵਾ ਕੱਲ੍ਹ ਨੂੰ ਇਸ ਸੀਰੀਜ਼ ਦਾ ਟੈਸਟ ਸਾਡੇ ਗਰੁੱਪ ਦੇ ਵਿੱਚ ਲਿਆ ਜਾਣਾ। ਆਪ ਸਭ ਨੇ ਉਹ ਟੈਸਟ ਵੀ ਜ਼ਰੂਰ ਅਟੈਂਪਟ ਕਰਨਾ ਜੀ। ਸੋ ਪਹਿਲਾ, ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਦੇ ਵਿੱਚ ਸਭ ਤੋਂ ਵੱਧ ਯੋਗਦਾਨ ਕਿਸ ਨੇਤਾ ਦਾ ਰਿਹਾ? ਨੈਕਸਟ ਕਰਾਂਗੇ ਜੀ, ਅੰਗਰੇਜ਼ਾਂ ਨੇ ਸਭ ਤੋਂ ਪਹਿਲੀ ਫੈਕਟਰੀ ਕਿੱਥੇ ਸਥਾਪਿਤ ਕੀਤੀ? ਭਾਰਤੀ ਸੰਵਿਧਾਨ ਵਿੱਚ ਭਾਰਤ ਸ਼ਬਦ ਕਿੰਨੇ ਵਾਰ ਵਰਤਿਆ ਗਿਆ? ਭਾਰਤੀ ਪ੍ਰਸਤਾਵਨਾ ਵਿੱਚ ਸਭ ਤੋਂ ਪਹਿਲੀ ਸੋਧ ਕਦੋਂ ਕੀਤੀ ਗਈ? ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਸਭ ਤੋਂ ਪਹਿਲੀ ਸੋਧ ਕਦੋਂ ਕੀਤੀ ਗਈ? ਭਾਰਤ ਵਿੱਚ ਆਉਣ ਵਾਲਾ ਪਹਿਲਾ ਅੰਗਰੇਜ਼ ਕੈਪਟਨ ਕੌਣ ਸੀ? ਸੋ ਇਹਨਾਂ ਦੇ ਜਵਾਬ ਆਪ ਸਭ ਨੇ ਕਮੈਂਟਸ ਦੇ ਵਿੱਚ ਜ਼ਰੂਰ ਦੇਣੇ ਆ ਜੀ। ਇਸ ਤਰ੍ਹਾਂ ਦੀਆਂ ਟੈਸਟ ਸੀਰੀਜ਼ ਅਸੀਂ ਅੱਗੇ ਤੋਂ ਵੀ ਤੁਹਾਡੇ ਨਾਲ ਸਾਂਝੇ ਕਰਦੇ ਰਹਾਂਗੇ। ਵੀਡੀਓ ਨੂੰ ਵੱਧ ਤੋਂ ਵੱਧ ਲਾਈਕ, ਕਮੈਂਟ ਅਤੇ ਸ਼ੇਅਰ ਜ਼ਰੂਰ ਕਰਿਓ ਜੀ। ਵੀਡੀਓ ਵੇਖਣ ਦੇ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ।